ਇੱਕ ਸਮੇਂ ਦੀ ਗੱਲ ਹੈ ਕਿ ਇੱਕ ਰਾਜ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ। ਉਸ ਦੇ ਮਹਿਲ ਵਿੱਚ ਇੱਕ ਖੂਬਸੂਰਤ ਬਗੀਚਾ ਸੀ ਜਿਸ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਇੱਕ ਮਾਲੀ ਦੀ ਸੀ। ਮਾਲੀ ਪੂਰਾ ਦਿਨ ਬਗੀਚੇ ਵਿੱਚ ਕੰਮ ਕਰਦਾ ਤੇ ਬੂਟਿਆਂ ਦੀ ਦੇਖਭਾਲ ਕਰਦਾ ਤੇ ਰਾਜਾ ਮਾਲੀ ਦੇ ਕੰਮ ਤੋਂ ਬਹੁਤ ਖੁਸ਼ ਸੀ। ਬਗੀਚੇ ਵਿੱਚ ਇੱਕ ਅੰਗੂਰ ਦਾ ਬੂਟਾ ਸੀ ਜਿਹਦੇ ਉੱਤੇ ਬਹੁਤ ਸਾਰੇ ਅੰਗੂਰ ਲੱਗੇ ਹੋਏ ਸਨ। ਇੱਕ ਦਿਨ ਇੱਕ ਚਿੜੀ ਬਗੀਚੇ ਵਿੱਚ ਆਈ ਤੇ ਉਹ ਅੰਗੂਰ ਦੀ ਵੇਲ ਉੱਤੇ ਬੈਠ ਕੇ ਮਿੱਠੇ ਅੰਗੂਰ ਖਾਣ ਲੱਗੀ। ਉਸ ਦਿਨ ਤੋਂ ਬਾਅਦ ਚਿੜੀ ਰੋਜ਼ਾਨਾ ਬਗੀਚੇ ਵਿੱਚ ਆਉਂਦੀ ਤੇ ਵੇਲ ਉੱਤੇ ਬੈਠ ਕੇ ਚੁਣ ਕੇ ਮਿੱਠੇ ਅੰਗੂਰ ਖਾ ਲੈਂਦੀ ਤੇ ਖੱਟੇ ਤੇ ਅੱਧ ਪੱਕੇ ਅੰਗੂਰ ਹੇਠਾਂ ਸੁੱਟ ਦਿੰਦੀ। ਚਿੜੀ ਦੀ ਇਸ ਹਰਕਤ ਤੋਂ ਮਾਲੀ ਬਹੁਤ ਜ਼ਿਆਦਾ ਗੁੱਸਾ ਸੀ। ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਸੀ। ਉਹ ਉਸ ਨੂੰ ਭਜਾਉਣ ਦੀ ਬਹੁਤ ਕੋਸ਼ਿਸ਼ ਕਰਦਾ ਸੀ ਪਰ ਸਫਲ ਨਹੀਂ ਹੋ ਪਾਉਂਦਾ ਸੀ। ਬਹੁਤ ਕੋਸ਼ਿਸ਼ਾਂ ਦੇ ਬਾਅਦ ਵੀ ਜਦੋਂ ਮਾਲੀ ਚਿੜੀ ਨੂੰ ਭਜਾਉਣ ਵਿੱਚ ਸਫਲ ਨਹੀਂ ਹੋ ਪਾਇਆ ਤਾਂ ਉਹ ਰਾਜੇ ਦੇ ਕੋਲ ਗਿਆ। ਉਸਨੇ ਜਾ ਕੇ ਰਾਜੇ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਕਿ ਮਹਾਰਾਜ, ਚਿੜੀ ਨੇ ਮੈਨੂੰ ਬਹੁਤ ਜ਼ਿਆਦਾ ਤੰਗ ਕਰ ਰੱਖਿਆ ਹੈ। ਉਸ ਨੂੰ ਕਾਬੂ ਕਰਨਾ ਮੇਰੇ ਵੱਸ ਦੀ ਗੱਲ ਨਹੀਂ। ਹੁਣ ਤੁਸੀਂ ਹੀ ਕੁਝ ਕਰੋ। ਮਾਲੀ ਦੀਆਂ ਗੱਲਾਂ ਸੁਣ ਕੇ ਰਾਜੇ ਨੇ ਚਿੜੀ ਨੂੰ ਫੜਨ ਦਾ ਖੁਦ ਹੀ ਨਿਸ਼ਚਾ ਕੀਤਾ। ਰਾਜਾ ਦੂਜੇ ਦਿਨ ਬਗੀਚੇ ਵਿੱਚ ਗਿਆ ਤੇ ਅੰਗੂਰਾਂ ਦੀ ਸੰਘਣੀ ਵੇਲ ਦੇ ਵਿੱਚ ਛੁਪ ਕੇ ਬੈਠ ਗਿਆ। ਰੋਜ਼ਾਨਾ ਦੀ ਤਰ੍ਹਾਂ ਚਿੜੀ ਆਈ, ਅੰਗੂਰਾਂ ਦੀ ਵੇਲ ਤੇ ਬੈਠ ਕੇ ਅੰਗੂਰ ਖਾਣ ਲੱਗੀ ਤਾਂ ਮੌਕਾ ਵੇਖ ਕੇ ਰਾਜੇ ਨੇ ਚਿੜੀ ਨੂੰ ਫੜ ਲਿਆ। ਚਿੜੀ ਨੇ ਰਾਜੇ ਦੀ ਪਕੜ ਵਿੱਚੋਂ ਆਜ਼ਾਦ ਹੋਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਭ ਵਿਅਰਥ ਰਿਹਾ। ਅੰਤ ਵਿੱਚ ਉਹ ਰਾਜੇ ਨੂੰ ਕਹਿਣ ਲੱਗੀ, ਰਾਜੇ ਨੂੰ ਪ੍ਰਾਰਥਨਾ ਕਰਨ ਲੱਗੀ ਕਿ ਰਾਜਾ, ਕਿਰਪਾ ਕਰਕੇ ਮੈਨੂੰ ਛੱਡ ਦੇ। ਪਰ ਰਾਜਾ ਚਿੜੀ ਨੂੰ ਛੱਡਣ ਦੇ ਲਈ ਤਿਆਰ ਨਹੀਂ ਹੋਇਆ। ਫਿਰ ਚਿੜੀ ਨੇ ਰਾਜੇ ਨੂੰ ਕਿਹਾ ਕਿ ਹੇ ਰਾਜਨ, ਜੇ ਤੂੰ ਮੈਨੂੰ ਛੱਡ ਦੇਵੇਂਗਾ ਤਾਂ ਮੈਂ ਤੈਨੂੰ ਗਿਆਨ ਦੀਆਂ 4 ਗੱਲਾਂ ਦੱਸਾਂਗੀ। ਰਾਜਾ ਚਿੜੀ ਤੇ ਬਹੁਤ ਜ਼ਿਆਦਾ ਕ੍ਰੋਧਿਤ ਸੀ ਪਰ ਫਿਰ ਵੀ ਰਾਜੇ ਨੇ ਚਿੜੀ ਦੀ ਗੱਲ ਮੰਨ ਲਈ ਤੇ ਕਿਹਾ, ਠੀਕ ਹੈ, ਪਹਿਲਾਂ ਤੂੰ ਮੈਨੂੰ ਉਹ ਗਿਆਨ ਦੀਆਂ ਗੱਲਾਂ ਦੱਸ। ਜੇ ਤੇਰੀਆਂ ਗੱਲਾਂ ਸੁਣਨ ਤੋਂ ਬਾਅਦ ਮੈਨੂੰ ਸਹੀ ਲੱਗਿਆ ਤਾਂ ਮੈਂ ਸੋਚਾਂਗਾ ਕਿ ਤੈਨੂੰ ਛੱਡਣਾ ਹੈ ਜਾਂ ਨਹੀਂ ਛੱਡਣਾ। ਰਾਜੇ ਦੀਆਂ ਗੱਲਾਂ ਸੁਣ ਕੇ ਚਿੜੀ ਬੋਲੀ, ਠੀਕ ਹੈ ਰਾਜਨ, ਪਹਿਲੀ ਗੱਲ ਸੁਣੋ, ਕਦੇ ਵੀ ਹੱਥ ਆਏ ਕਿਸੇ ਦੁਸ਼ਮਣ ਨੂੰ ਜਾਨ ਨਾ ਦਿਓ। ਰਾਜੇ ਨੇ ਕਿਹਾ, ਠੀਕ ਹੈ, ਹੁਣ ਦੂਜੀ ਗੱਲ ਦੱਸ। ਤਾਂ ਚਿੜੀ ਬੋਲੀ, ਕਦੇ ਵੀ ਕਿਸੇ ਅਸੰਭਵ ਗੱਲ ਤੇ ਯਕੀਨ ਨਾ ਕਰੋ। ਰਾਜੇ ਨੇ ਕਿਹਾ, ਬਹੁਤ ਵਧੀਆ, ਹੁਣ ਤੀਜੀ ਗੱਲ ਦੱਸ। ਚਿੜੀ ਨੇ ਕਿਹਾ ਕਿ ਤੀਜੀ ਗੱਲ ਇਹ ਹੈ ਕਿ ਕਦੇ ਵੀ ਬੀਤੇ ਹੋਏ ਸਮੇਂ ਜਾਂ ਬੀਤੀ ਗੱਲ ਦਾ ਪਛਤਾਵਾ ਨਾ ਕਰੋ, ਕਿਉਂਕਿ ਜੋ ਸਮਾਂ ਬੀਤ ਗਿਆ ਉਸ ਨੂੰ ਤੁਸੀਂ ਪਾਸਟ ਵਿੱਚ ਜਾ ਕੇ ਸੁਧਾਰ ਨਹੀਂ ਸਕਦੇ, ਬਲਕਿ ਤੁਸੀਂ ਆਪਣਾ ਵਰਤਮਾਨ ਵੀ ਖਰਾਬ ਕਰ ਰਹੇ ਹੋ। ਰਾਜੇ ਨੇ ਚਿੜੀ ਦੀ ਗੱਲ ਸੁਣ ਕੇ ਕਿਹਾ ਕਿ ਠੀਕ ਹੈ, ਹੁਣ ਚੌਥੀ ਗੱਲ ਦੱਸ। ਤਾਂ ਚਿੜੀ ਬੋਲੀ, ਹੇ ਰਾਜਨ, ਚੌਥੀ ਗੱਲ ਬਹੁਤ ਗਹਿਰੀ ਹੈ। ਉਹ ਮੈਂ ਤੈਨੂੰ ਦੱਸਣਾ ਤਾਂ ਚਾਹੁੰਦੀ ਹਾਂ ਪਰ ਤੂੰ ਮੈਨੂੰ ਇੰਨੀ ਜ਼ੋਰ ਦੀ ਪਕੜ ਰੱਖਿਆ ਹੈ ਕਿ ਮੈਨੂੰ ਸਾਹ ਲੈਣ ਵਿੱਚ ਵੀ ਮੁਸ਼ਕਿਲ ਹੋ ਰਹੀ ਹੈ। ਤੂੰ ਆਪਣੀ ਪਕੜ ਨੂੰ ਥੋੜ੍ਹਾ ਜਿਹਾ ਢਿੱਲਾ ਕਰ ਤਾਂ ਜੋ ਮੈਂ ਚੌਥੀ ਗੱਲ ਤੈਨੂੰ ਦੱਸ ਸਕਾਂ। ਚਿੜੀ ਦੀ ਗੱਲ ਸੁਣ ਕੇ ਰਾਜੇ ਨੇ ਆਪਣੀ ਪਕੜ ਢਿੱਲੀ ਕੀਤੀ। ਮੌਕਾ ਦੇਖ ਕੇ ਚਿੜੀ ਉੱਡ ਗਈ ਤੇ ਦਰਖਤ ਦੀ ਇੱਕ ਉੱਚੀ ਟਾਹਣੀ ਤੇ ਜਾ ਕੇ ਬੈਠ ਗਈ। ਰਾਜਾ ਚਿੜੀ ਨੂੰ ਵੇਖਦਾ ਹੀ ਰਹਿ ਗਿਆ ਤੇ ਫਿਰ ਚਿੜੀ ਰਾਜੇ ਨੂੰ ਕਹਿਣ ਲੱਗੀ ਕਿ ਚੌਥੀ ਗੱਲ ਇਹ ਹੈ ਰਾਜਨ ਕਿ ਗਿਆਨ ਦੀਆਂ ਗੱਲਾਂ ਸੁਣਨ ਨਾਲ ਜਾਂ ਪੜ੍ਹਨ ਨਾਲ ਕੁਛ ਨਹੀਂ ਹੁੰਦਾ, ਉਹਨਾਂ ਤੇ ਅਮਲ ਵੀ ਕਰਨਾ ਪੈਂਦਾ ਹੈ। ਹੁਣੇ ਕੁਝ ਦੇਰ ਪਹਿਲਾਂ ਮੈਂ ਤੈਨੂੰ ਗਿਆਨ ਦੀਆਂ 3 ਗੱਲਾਂ ਦੱਸੀਆਂ ਸਨ ਜਿਨ੍ਹਾਂ ਨੂੰ ਸੁਣ ਕੇ ਵੀ ਤੂੰ ਅਣਸੁਣਿਆ ਕਰ ਦਿੱਤਾ। ਪਹਿਲੀ ਗੱਲ ਮੈਂ ਤੈਨੂੰ ਕਹੀ ਸੀ ਕਿ ਆਪਣੇ ਹੱਥ ਵਿੱਚ ਆਏ ਦੁਸ਼ਮਣ ਨੂੰ ਕਦੇ ਵੀ ਜਾਨ ਨਾ ਦਿਓ, ਪਰ ਤੂੰ ਆਪਣੇ ਹੱਥ ਵਿੱਚ ਆਏ ਦੁਸ਼ਮਣ ਅਰਥਾਤ ਮੈਨੂੰ ਛੱਡ ਦਿੱਤਾ। ਤੇ ਦੂਜੀ ਗੱਲ ਜੋ ਮੈਂ ਤੈਨੂੰ ਕਹੀ ਸੀ ਕਿ ਕਦੇ ਵੀ ਕਿਸੇ ਅਸੰਭਵ ਗੱਲ ਤੇ ਯਕੀਨ ਨਾ ਕਰੀ, ਪਰ ਜਦੋਂ ਮੈਂ ਤੈਨੂੰ ਕਿਹਾ ਕਿ ਚੌਥੀ ਗੱਲ ਬਹੁਤ ਗਹਿਰੀ ਏ ਤਾਂ ਤੂੰ ਮੇਰੀਆਂ ਗੱਲਾਂ ਵਿੱਚ ਆ ਗਿਆ। ਤੇ ਤੀਜੀ ਗੱਲ ਜੋ ਮੈਂ ਤੈਨੂੰ ਕਹੀ ਸੀ ਕਿ ਕਦੇ ਵੀ ਬੀਤੀ ਗੱਲ ਜਾਂ ਬੀਤੇ ਸਮੇਂ ਦਾ ਪਛਤਾਵਾ ਨਾ ਕਰੀ। ਦੇਖ, ਮੈਂ ਤੇਰੇ ਹੱਥਾਂ ਵਿੱਚੋਂ ਛੁੱਟ ਗਈ ਹਾਂ ਅਰਥਾਤ ਆਜ਼ਾਦ ਹੋ ਗਈ ਹਾਂ ਤਾਂ ਤੈਨੂੰ ਪਛਤਾਵਾ ਹੋ ਰਿਹਾ ਏ। ਇਹ ਕਹਿ ਕੇ ਚਿੜੀ ਉੱਡ ਗਈ ਤੇ ਰਾਜਾ ਹੱਥ ਮਲਦਾ ਹੀ ਰਹਿ ਗਿਆ। ਹੁਣ ਮੋਰਲ ਆਫ ਦਾ ਸਟੋਰੀ, ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ? ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਿਰਫ ਗਿਆਨ ਪ੍ਰਾਪਤ ਕਰਨ ਨਾਲ ਕੋਈ ਗਿਆਨੀ ਨਹੀਂ ਬਣਦਾ। ਅਸਲੀ ਗਿਆਨੀ ਉਹ ਹੁੰਦਾ ਏ ਜੋ ਅਰਜਿਤ ਗਿਆਨ ਤੇ ਅਮਲ ਕਰਦਾ ਏ। ਜ਼ਿੰਦਗੀ ਵਿੱਚ ਜੋ ਬੀਤ ਗਿਆ ਉਸ ਉੱਤੇ ਸਾਡਾ ਕੋਈ ਵਸ ਨਹੀਂ, ਪਰ ਵਰਤਮਾਨ ਤਾਂ ਸਾਡੇ ਹੱਥ ਵਿੱਚ ਹੈ ਤੇ ਅੱਜ ਦਾ ਵਰਤਮਾਨ ਹੀ ਕੱਲ੍ਹ ਦੇ ਭਵਿੱਖ ਦਾ ਨਿਰਮਾਣ ਕਰੇਗਾ। ਇਸ ਲਈ ਵਰਤਮਾਨ ਵਿੱਚ ਰਹਿ ਕੇ ਕਰਮ ਕਰਦੇ ਰਹੋ ਤੇ ਆਪਣੇ ਭਵਿੱਖ ਨੂੰ ਬਣਾਓ ਤੇ ਖੁਸ਼ਹਾਲ ਜ਼ਿੰਦਗੀ ਜੀਓ। ਸੋ ਦੋਸਤੋ, ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰੋ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।